ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਪੰਜਵਾ। ਪਾਰ ਬ੍ਰਹਮ ਫੁਰਮਾਇਆ ਮੀਂਹ ਬੁੱਠਾ ਸਹਿਜ ਸੁਭਾਏ। ਆਨ ਧਨ ਬਹੁਤਾ ਉਪਜਿਆ ਪ੍ਰਿਥਵੀ ਰਜੀ ਤਿਪਤ ਅਕਾਏ। ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਿਆ ਬਿਲਾਏ। ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜ਼ਾਏ। ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਧਿਆਏ। ਮਹਿਲਾ ਪੰਜਵਾ। ਜੀਵਨ ਪਦ ਨਿਰਵਾਣ ਇੱਕੋ ਸਿਮਰਿਐ। ਦੂਜੀ ਨਾਹੀ ਜਾਏ ਕਿਨ ਵਿਦ ਧੀਰੀਐ। ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਧਨ ਧਨ ਹੋਸੀ ਸ਼ਾਰ ਜਾਣੈ ਕੋਇ ਜਨ। ਰੰਗ ਰੂਪ ਬਰਸ ਸਵਾਦ ਕੇ ਕਰੈ ਪ੍ਰਾਣੀਆਂ। ਜਿਸ ਭੁਲਾਏ ਆਪ ਤਿਸ ਕੁਲ ਨਹੀਂ ਜਾਣੀਆਂ। ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ। ਰੰਗ ਰਤੇ ਨਿਰਵਾਣ ਸੱਚਾ ਗਾਵਹੀ। ਨਾਨਕ ਸ਼ਰਨ ਦੁਆਰ ਜੇ ਤੁਧ ਭਾਵਈ। ਪੌੜੀ ਜੰਮਣ ਮਰਨ ਨ ਤਿਨ ਕਾ ਜੋ ਹਰ ਲੜ ਲਾਗੇ। ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਸਾਧ ਸੰਗ ਜਨ ਪਾਇਆ ਸਈ ਬੜ ਭਾਗੇ। ਨਾਇ ਵਿਸਾਰਿਐ ਤਿਰਗ ਜੀਵਨਾ ਟੋਟੇ ਕਚ ਤਾਗੇ। ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਬਾਰ ਮਹਿਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 322। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਸ਼ਲੋਕ ਰਾਹੀਂ ਮਾਨਵਤਾ ਨੂੰ ਸੁਨੇਹਾ ਦੇ ਰਹੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ ਸ਼ਲੋਕ ਮਹਿਲਾ ਪੰਜਵਾ। ਪਾਰ ਬ੍ਰਹਮ ਫੁਰਮਾਇਆ ਮੀਂਹ ਬੁੱਠਾ ਸਹਿਜ ਸੁਭਾਏ। ਆਨ ਧਨ ਬਹੁਤਾ ਉਪਜਿਆ ਪ੍ਰਿਥਵੀ ਰੱਜੀ ਤਿਪਤ ਅਕਾਏ। ਪਾਤਸ਼ਾਹ ਜੀ ਕਹਿ ਰਹੇ ਨੇ ਪਾਰ ਬ੍ਰਹਮ ਦਾ ਅਰਥ ਪਰਮਾਤਮਾ ਨੇ, ਮੀਂਹ ਦਾ ਅਰਥ ਨਾਮ ਦੀ ਵਰਖਾ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਇੱਕ ਅਲੰਕਾਰ ਦੇ ਵਿੱਚ ਬੜੀ ਪਿਆਰੀ ਤੇ ਬੜੀ ਸੁੰਦਰ ਵਿਚਾਰ ਸਾਡੇ ਸਨਮੁਖ ਰੱਖੀ ਹੈ। ਮਹਾਰਾਜ ਕਹਿ ਰਹੇ ਨੇ ਜਦੋਂ ਪਰਮਾਤਮਾ ਨੇ ਹੁਕਮ ਦਿੱਤਾ ਤਾਂ ਇਸ
ਪਾਤਸ਼ਾਹ ਜੀ ਕਹਿ ਰਹੇ ਨੇ, ਜਿਸ ਕਿਸੇ ਭਾਗਾਂ ਵਾਲੇ ਦੇ ਹਿਰਦੇ ਰੂਪੀ ਧਰਤੀ ਵਿੱਚ ਨਾਮ ਦੀ ਵਰਖਾ ਹੋਣ ਲੱਗ ਪਈ, ਉਸ ਹਿਰਦੇ ਦੀ ਧਰਤੀ ਵਿੱਚ ਪ੍ਰਭੂ ਸਿਫਤ ਸਲਾਹ ਦਾ ਅੰਨ ਬਹੁਤਾ ਪੈਦਾ ਹੋ ਜਾਂਦਾ ਹੈ ਅਤੇ ਉਸ ਦਾ ਹਿਰਦਾ ਚੰਗੀ ਤਰ੍ਹਾਂ ਸੰਤੋਖ ਵਾਲਾ ਬਣ ਜਾਂਦਾ ਹੈ, ਸਬਰ ਵਾਲਾ ਬਣ ਜਾਂਦਾ ਹੈ। ਜਿਵੇਂ ਸਤਿਗੁਰ ਮਹਾਰਾਜ ਕਹਿ ਰਹੇ ਨੇ, ਜਦੋਂ ਮੀਂਹ ਪੈਂਦਾ ਨਾ, ਮੀਂਹ ਪੈਣ ਦੇ ਨਾਲ ਫਸਲਾਂ ਵਧੀਆ ਹੋ ਜਾਂਦੀਆਂ ਨੇ। ਪ੍ਰਿਥਵੀ ਦਾ ਅਰਥ ਹੁੰਦਾ ਜੀ ਧਰਤੀ ਰੱਜ ਜਾਂਦੀ ਹੈ ਪਾਣੀ ਦੇ ਨਾਲ। ਮਹਾਰਾਜ ਇੱਕ ਅਲੰਕਾਰ ਦੇ ਵਿੱਚ ਬੜੀ ਪਿਆਰੀ ਸੋਹਣੀ ਵਿਚਾਰ ਦੇ ਰਹੇ ਨੇ। ਸਤਿਗੁਰ ਮਹਾਰਾਜ ਇੱਥੇ ਮਨੁੱਖ ਦੇ ਹਿਰਦੇ ਦੀ ਗੱਲ ਕਰਦੇ ਨੇ। ਭਾਵੇਂ ਉਦਾਹਰਨ ਦੁਨਿਆਵੀ ਤੌਰ ਤੇ ਆਪਾਂ ਵਿਚਰਦੇ ਹਾਂ, ਵੇਖਦੇ ਹਾਂ, ਪਰ ਮਹਾਰਾਜ ਮਨੁੱਖ ਦੇ ਬੰਦੇ ਦੇ ਹਿਰਦੇ ਦੀ ਗੱਲ ਕਰਦੇ ਨੇ। ਜਦੋਂ ਉਸ ਮਾਲਕ ਦੇ ਨਾਮ ਦਾ ਮੀਂਹ ਪੈਂਦਾ ਹੈ, ਗਿਆਨ ਦਾ ਮੀਂਹ ਪੈਂਦਾ ਹੈ, ਇਹ ਹਿਰਦੇ ਵਾਲੀ ਖੇਤੀ ਹਰੀ ਭਰੀ ਹੋ ਜਾਂਦੀ ਹੈ, ਅੰਨ ਬਹੁਤਾ ਉਪਜ ਜਾਂਦਾ ਹੈ, ਨਾਮ ਰੂਪੀ ਧਨ ਬਹੁਤਾ ਪੈਦਾ ਹੋ ਜਾਂਦਾ ਹੈ। ਸਤਿਗੁਰ ਮਹਾਰਾਜ ਇੱਥੇ ਗੁਰੂ ਅਰਜਨ ਸਾਹਿਬ ਜੀ ਬੜੀ ਪਿਆਰੀ ਵਿਚਾਰ ਦੇ ਰਹੇ ਨੇ। ਮਹਾਰਾਜ ਕਹਿ ਰਹੇ ਨੇ, ਪਾਰ ਬ੍ਰਹਮ ਫੁਰਮਾਇਆ, ਜਦੋਂ ਵਾਹਿਗੁਰੂ ਦਾ ਹੁਕਮ ਪਿਆ, ਹੁਕਮ ਹੋ ਗਿਆ, ਮੀਂਹ ਬੁੱਠਾ ਸਹਿਜ ਸੁਭਾਏ, ਮੇਰੇ ਹਿਰਦੇ ਵਿੱਚ, ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਗਿਆਨ ਦੀ ਵਰਖਾ ਹੋ ਰਹੀ ਹੈ। ਬਾਬਾ ਕਬੀਰ ਸਾਹਿਬ ਦਾ ਸ਼ਬਦ ਹੈ ਜੀ, ਇੱਕ ਬੜਾ ਕਮਾਲ ਦਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਹਨੇਰੀ ਆਉਂਦੀ ਆ ਨਾ, ਹਨੇਰੀ ਸਭ ਕੁਝ ਉਡਾ ਕੇ ਲੈ ਜਾਂਦੀ ਹੈ। ਹਨੇਰੀ ਦੇ ਨਾਲ ਵੱਡੇ ਵੱਡੇ ਦਰਖਤ ਟੁੱਟ ਜਾਂਦੇ ਨੇ, ਫੁੱਟੇ ਜਾਂਦੇ ਨੇ। ਬਾਬਾ ਕਬੀਰ ਜੀ ਕਹਿੰਦੇ, ਜਦੋਂ ਮਨੁੱਖ ਦੇ ਜੀਵਨ ਵਿੱਚ, ਮਨੁੱਖ ਦੇ ਮਨ ਵਿੱਚ, ਤਨ ਵਿੱਚ ਗਿਆਨ ਦੀ ਵਰਖਾ ਹੁੰਦੀ ਹੈ, ਗਿਆਨ ਦੀ ਹਨੇਰੀ ਆਉਂਦੀ ਹੈ, ਫਿਰ ਸਾਡੇ ਤਨ ਦੇ ਵਿੱਚੋਂ ਸਭ ਕੁਝ ਕੱਢ ਕੇ ਬਾਹਰ ਰੱਖ ਦਿੰਦੀ ਹੈ ਹਨੇਰੀ। ਕਿਹੜੀ ਹਨੇਰੀ ਹੈ? ਮਹਾਰਾਜ ਕਹਿੰਦੇ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਆਂਧੀ ਦਾ ਅਰਥ ਹੁੰਦਾ ਹਨੇਰੀ। ਸਭੈ ਉਡਾਣੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬੰਧੀ। ਸਭ ਕੁਝ ਉੱਡ ਗਿਆ ਉਸ ਗਿਆਨ ਦੀ ਹਨੇਰੀ ਦੇ ਨਾਲ। ਮੇਰੇ ਮਨ ਦੇ ਵਿੱਚੋਂ ਸਭ ਤੋਂ ਭੈੜਾ ਰੋਗ ਹੈ ਜੀ ਭਰਮ। ਮਹਾਰਾਜ ਕਹਿੰਦੇ, ਭਰਮ ਉੱਡ ਗਿਆ, ਭੁਲੇਖਾ ਉੱਡ ਗਿਆ, ਭਰਮ ਦੂਰ ਹੋ ਗਿਆ, ਕਰਮ ਕਾਂਡ ਪਖੰਡ ਦੂਰ ਹੋ ਗਏ। ਗਿਆਨ ਦੀ ਹਨੇਰੀ ਨਾਲ ਇੰਨਾ ਮੈਨੂੰ ਸੁੱਖ ਹੋ ਗਿਆ। ਇੱਥੇ ਜਿਹੜੀ ਆਪਾਂ ਵਿਚਾਰ ਸਮਝ ਰਹੇ ਹਾਂ, ਉਸ ਮਾਲਕ ਨੇ, ਪਾਰ ਬ੍ਰਹਮ ਨੇ, ਜਦੋਂ ਹਿਰਦੇ ਵਿੱਚ ਕਿਹੜਾ ਮੀਂਹ ਪੈ ਰਿਹਾ ਜੀ, ਜਿਹਦੇ ਬਾਰੇ ਆਪਾਂ ਬਹੁਤ ਬਾਰੇ ਫਰਮਾਨ ਪੜ੍ਹਿਆ ਤੁਹਾਡੇ ਸਨਮੁਖ। ਸਤਿਗੁਰ ਮਹਾਰਾਜ ਕਹਿੰਦੇ, ਇੱਥੇ ਗੁਰਬਾਣੀ ਗਿਆਨ ਦਾ ਮੀਂਹ ਪੈਂਦਾ ਗੁਰੂ ਕੇ ਦਰਬਾਰ ਅੰਦਰ। ਇਸ ਮੀਂਹ ਵਿੱਚ ਇਸ਼ਨਾਨ ਕਿਹਨੇ ਕਰਨਾ ਹੈ? ਮਨ ਨੇ ਕਰਨਾ ਹੈ, ਜਿਹਦੇ ਬਾਰੇ ਪਾਤਸ਼ਾਹ ਜੀ ਕਹਿ ਰਹੇ ਨੇ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਦੋਂ ਸਾਡਾ ਮਨ ਗੁਰਬਾਣੀ ਗਿਆਨ ਨਾਲ ਜੁੜ ਗਿਆ, ਫਿਰ ਅਸੀਂ ਕਰਮ ਕਾਂਡਾਂ ਤੋਂ ਪਰੇ ਹੋ ਜਾਵਾਂਗੇ, ਦੇਹਾਂ ਦੀ ਪੂਜਾ ਛੱਡ ਦੇਵਾਂਗੇ, ਮੜੀਆਂ ਕਬਰਾਂ ਤੋਂ ਹੀ ਪੂਜਾ ਛੱਡ ਦੇਵਾਂਗੇ। ਨਹੀਂ ਤਾਂ ਅਸੀਂ ਸਭ ਕੁਝ ਕਰੀ ਜਾਂਦੇ ਹਾਂ ਜੀ, ਗਾਤਰੇ ਕਿਰਪਾਨਾਂ ਪਾ ਕੇ ਅੰਮ੍ਰਿਤਧਾਰੀ ਅਸੀਂ ਅਖਵਾਉਂਦੇ ਹਾਂ, ਮਾਫ ਕਰਨਾ, ਪਰ ਥਾਂ ਅਸੀਂ ਕੋਈ ਨਹੀਂ ਛੱਡੀ। ਦਾਵਾ ਕਰਦੇ ਅਸੀਂ ਬਾਬੇ ਨਾਨਕ ਦੇ ਸਿੱਖਾਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ। ਕਿਹੜੇ ਪੱਖ ਤੋਂ ਮੰਨਦੇ ਆ? ਕਿਵੇਂ ਮੰਨਦੇ ਆ? ਮਹਾਰਾਜ ਕਹਿੰਦੇ, ਅੰਦਰ ਗਿਆਨ ਰੂਪੀ ਮੀਂਹ ਤਾਂ ਹਲੇ ਤੱਕ ਪਏ ਹੀ ਨਹੀਂ ਤੇਰੇ। ਅਕਲ, ਸੂਝ, ਸਮਝ ਤੇਰੀ ਜ਼ਿੰਦਗੀ ਵਿੱਚ ਹੈ ਨਹੀਂ। ਵਿਵੇਕ ਰੋਜ਼ਾਨਾ ਮੰਗਦੇ ਆ, ਵਿਵੇਕ ਤੇਰੇ ਕੋਲ ਆਈ ਨਹੀਂ। ਕਿਵੇਂ ਦਾਵਾ ਕਰੀ ਜਾਂਦਾ ਤੂੰ? ਸਿੱਖ ਦਾ ਵਿਸ਼ਵਾਸ, ਸਿੱਖ ਦਾ ਭਰੋਸਾ ਕੇਵਲ ਗੁਰੂ ਗ੍ਰੰਥ ਸਾਹਿਬ ਤੇ ਹੋਣਾ ਚਾਹੀਦਾ ਹੈ, ਨਾ ਕਿਸੇ ਸਰੀਰ ਤੇ, ਨਾ ਕਿਸੇ ਬਾਬੇ, ਨਾ ਕਿਸੇ ਮੜੀ ਕਬਰ ਤੇ ਨਹੀਂ ਹੋਣਾ ਚਾਹੀਦਾ। ਮਹਾਰਾਜ ਰੋਕਦੇ ਨੇ, ਮਹਾਰਾਜ ਵਰਜਦੇ ਨੇ। ਪਾਤਸ਼ਾਹ ਜੀ ਇੱਥੇ ਹੀ ਗੱਲ ਕਹਿ ਰਹੇ ਨੇ ਪਾਵਨ ਪਵਿੱਤਰ ਬਾਣੀ ਦੇ ਅੰਦਰ, ਪਾਰ ਬ੍ਰਹਮ ਫਰਮਾਇਆ, ਮੀਂਹ ਬੁੱਠਾ ਸਹਿ ਸੁਭਾਏ, ਅੰਨ ਧਨ ਬਹੁਤਾ ਉਪਜਿਆ, ਪ੍ਰਿਥਵੀ ਰੱਜੀ ਤਿਵਤ ਅਘਾਏ। ਮੀਂਹ ਪੈਣ ਦੇ ਨਾਲ ਪ੍ਰਿਥਵੀ ਵੀ ਰੱਜ ਗਈ, ਧਰਤੀ ਵੀ ਰੱਜ ਗਈ ਪਾਣੀ ਨਾਲ,
ਜਦੋਂ ਗਿਆਨ ਦਾ ਮੀਂਹ ਪੈਂਦਾ ਇਹ ਤਨ ਵਾਲੀ ਖੇਤੀ ਵੀ ਹਰੀ ਹੋ ਗਈ। ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਿਆ ਬਿਲਾਏ। ਮਹਾਰਾਜ ਕਹਿੰਦੇ ਅੰਦਰ ਦਾ ਜਿਹੜਾ ਦੁੱਖ ਸੀ ਨਾ, ਬਾਦਸ਼ਾਹ ਜੀ ਕਹਿੰਦੇ ਉਹ ਦੂਰ ਹੋ ਗਿਆ। ਜਿਹੜਾ ਅੰਦਰ ਦਾ ਦਲਿੱਦਰ ਸੀ, ਅੰਦਰ ਦਾ ਦਲਿੱਦਰ ਸੀ ਦੂਰ ਹੋ ਗਿਆ। ਦਲਿੱਦਰੀ ਸੁਭਾਅ ਸੀ ਜਿਹੜਾ ਦੂਰ ਹੋ ਗਿਆ। ਕਈ ਵਾਰ ਬੰਦਿਆਂ ਨੂੰ ਆਲਸ ਕਰਨ ਦਾ ਬਹੁਤ ਵੱਡਾ ਰੋਗ ਹੁੰਦਾ ਹੈ। ਕਈ ਬੰਦਿਆਂ ਦਾ ਦਲਿੱਦਰੀ ਸੁਭਾਅ ਬਣ ਜਾਂਦਾ ਹੈ। ਜਦੋਂ ਮਹਾਰਾਜ ਦੀ ਕਿਰਪਾ ਹੋ ਗਈ, ਗਿਆਨ ਵਾਲਾ ਮੀਂਹ ਪੈ ਗਿਆ, ਅਕਲ ਆ ਗਈ, ਸੂਝ ਆ ਗਈ, ਪਾਤਸ਼ਾਹ ਜੀ ਕਹਿ ਰਹੇ ਨੇ ਹੁਣ ਮੇਰਾ ਮਨ ਉਸ ਮਾਲਕ ਦੇ ਗੁਣਾਂ ਵਿੱਚ ਲੱਗਿਆ ਰਹਿੰਦਾ ਹੈ। ਦੁੱਖ ਦਾਲਦ ਗਿਆ ਬਿਲਾਏ। ਅੰਦਰ ਦੀ ਜਿਹੜੀ ਬਲਾ ਸੀ, ਭੈੜੀ ਬਲਾ, ਦੁੱਖ ਸੀ ਜਿਹੜਾ, ਉਹ ਦੂਰ ਹੋ ਗਿਆ। ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਏ। ਮੇਰਾ ਪੂਰਬਲਾ ਕਰਮ ਜਾਗਿਆ, ਪੂਰਬ ਲਿਖਿਆ ਹੋਇਆ ਮੈਂ ਪਾ ਲਿਆ। ਜੋ ਮੈਂ ਮਿਹਨਤ ਕੀਤੀ, ਮੁਸ਼ੱਕਤ ਕੀਤੀ, 1 ਮਿੰਟ 1 ਸਕਿੰਟ ਕਮਾਇਆ ਕਰਮ ਸੀ ਜਿਹੜਾ, ਜੋ ਮੈਂ ਆਪਣੀ ਜ਼ਿੰਦਗੀ ਵਿੱਚ, ਇਸ ਜੀਵਨ ਵਿੱਚ ਪੂਰਬ ਲਿਖਿਆ ਦਾ ਧਿਆਨ ਨਾਲ ਸਮਝੋ ਅਰਥ ਜੀ। ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਪਿਛਲੇ ਜਨਮ ਵਿੱਚ ਜਾਂ ਅਗਲੇ ਜਨਮ ਵਿੱਚ ਕੁਝ ਲਿਖਿਆ। ਨਾ ਨਾ ਨਾ, ਇਸ ਮਨੁੱਖਾ ਜਨਮ ਦੀ ਗੱਲ ਹੈ। ਪੂਰਬਲਾ ਕਰਮ ਕਿਵੇਂ ਜਾਗਦਾ ਹੈ? ਆਪਾਂ ਕਿਸੇ ਵੀ ਕੰਮ ਵਿੱਚ ਮਿਹਨਤ ਕਰਦੇ ਹਾਂ। ਬੰਦਾ ਕੋਈ ਨੌਕਰੀ ਲੈਣਾ ਚਾਹੁੰਦਾ ਹੈ, ਨੌਕਰੀ ਵਾਸਤੇ ਉਹਨੂੰ ਪੜ੍ਹਾਈ ਕਰਨੀ ਪਊਗੀ, ਮਿਹਨਤ ਕਰਨੀ ਪਊਗੀ। ਜਦੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ ਨਾ, ਉਹ ਕਹਿੰਦਾ ਮੇਰੇ ਭਾਗ ਜਾਗ ਪਏ, ਮੇਰਾ ਪੂਰਬਲਾ ਕਰਮ ਜਾਗ ਪਿਆ। ਪੂਰਬਲਾ ਕਰਮ ਕਦੋਂ ਬਣਾਇਆ ਸੀ? ਜਦੋਂ ਮਿਹਨਤ ਕਰਦਾ ਸੀ, ਮੁਸ਼ੱਕਤ ਕਰਦਾ ਸੀ, ਉਦੋਂ ਪੂਰਬਲਾ ਕਰਮ ਉਹਨੇ ਬਣਾਇਆ। ਜਾਗਿਆ ਕਦੋਂ? ਜਦੋਂ ਉਹਦਾ ਕੰਮ ਪੂਰਾ ਹੋ ਗਿਆ। ਇਸ ਕਰਕੇ ਕਿਸੇ ਵੀ ਫੀਲਡ ਦੀ ਗੱਲ ਕਰ ਲਓ, ਭਾਵੇਂ ਧਾਰਮਿਕ ਫੀਲਡ ਹੈ, ਭਾਵੇਂ ਕੋਈ ਵੀ ਫੀਲਡ ਹੈ, ਹਰ ਇੱਕ ਫੀਲਡ ਵਿੱਚ ਮਿਹਨਤ ਦੀ ਲੋੜ ਹੈ, ਮੁਸ਼ੱਕਤ ਦੀ ਲੋੜ ਹੈ। ਮਹਾਰਾਜ ਕਹਿੰਦੇ ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਏ। ਪਰਮੇਸ਼ਰ ਜੀ ਬਾਲਿਆ, ਨਾਨਕ ਤਿਸੈ ਧਿਆਏ। ਪਰਮੇਸ਼ਰ ਨੇ, ਵਾਹਿਗੁਰੂ ਨੇ ਮੈਨੂੰ ਜਿਉਣਾ ਸਿਖਾ ਦਿੱਤਾ, ਜ਼ਿੰਦਗੀ ਦਾ ਚੱਜ ਆਚਾਰ ਸਿਖਾ ਦਿੱਤਾ। ਉਹਦੀ ਰਜਾ ਅੰਦਰ ਤੁਰ ਕੇ ਮੇਰੀ ਜ਼ਿੰਦਗੀ ਸਫਲ ਹੀ ਹੋ ਗਈ। ਅੱਗੇ ਮਹਾਰਾਜ ਕਹਿ ਰਹੇ ਨੇ, ਮਹਿਲਾ ਪੰਜਵਾ, ਜੀਵਨ ਪਦ ਨਿਰਵਾਣ ਇੱਕੋ ਸਿਮਰੀਐ। ਜ਼ਿੰਦਗੀ ਦਾ, ਅਸਲੀ ਜ਼ਿੰਦਗੀ ਦਾ ਦਰਜਾ, ਨਿਰਵਾਣ ਦਾ ਅਰਥ ਦਾ ਬਾਸ਼ਨਾ ਰਹਿਤ। ਮਹਾਰਾਜ ਕਹਿੰਦੇ ਇਸ ਜੀਵਨ ਦੇ ਵਿੱਚ, ਇਸ ਮਨੁੱਖਾ ਜਨਮ ਦੇ ਵਿੱਚ ਬੰਦਿਆ, ਇੱਕ ਰੱਬ ਨੂੰ ਸਿਮਰਿਆ ਕਰ, ਇੱਕ ਰੱਬ ਨੂੰ ਚੇਤੇ ਕਰਿਆ ਕਰ। ਹੋਰ ਸਭ ਢੇਰੀਆਂ ਢਾਹ ਦੇ, ਛੱਡ ਦੇ ਦੁਆਰ ਦੁਆਰ ਤੇ ਫਿਰਨਾ, ਜਗ੍ਹਾ ਜਗ੍ਹਾ ਤੇ ਜਾਣਾ, ਜਗ੍ਹਾ ਜਗ੍ਹਾ ਤੇ ਮੱਥੇ ਟੇਕਣੇ, ਨੱਕ ਰਗੜਨੇ, ਮੱਥਾ ਰਗੜਨਾ ਛੱਡ ਦੇ, ਕੁਝ ਨਹੀਂ ਪ੍ਰਾਪਤ ਹੁੰਦਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜੀਵਨ ਪਦ ਨਿਰਵਾਣ, ਜੀਵਨ ਦੀ ਅਸਲ ਸਚਾਈ, ਜੀਵਨ ਬਾਸ਼ਨਾ ਰਹਿਤ ਕਿਵੇਂ ਬਣੂਗਾ? ਇੱਕੋ ਸਿਮਰੀਐ, ਇੱਕੋ ਦੀ ਆਸ ਰੱਖ, ਇੱਕੋ ਮਾਲਕ ਨੂੰ ਸਿਮਰ, ਦੂਜੀ ਨਾਹੀ ਜਾਏ ਕਿਨ ਵਿਦ ਧੀਰੀਐ। ਮਹਾਰਾਜ ਨੇ ਗੱਲ ਕਲੀਅਰ ਕਰਤੀ ਜੀ। ਮਹਾਰਾਜ ਕਹਿੰਦੇ ਇੱਕ ਖਸਮ ਨੂੰ ਛੱਡਣ ਵਾਲਾ, ਦਰ ਦਰ ਦਾ ਪੱਲਾ ਫੜਨ ਵਾਲਾ, ਦਰ ਦਰ ਤੇ ਜਾਣ ਵਾਲਾ ਡੁੱਬ ਜਾਂਦਾ ਹੈ। ਦੂਜੀ ਨਾਹੀ ਜਾਏ ਕਿਨ ਵਿਦ ਧੀਰੀਐ। ਕਿਵੇਂ ਮਨ ਵਿੱਚ ਟਿਕਾ ਆਵੇ, ਕਿਵੇਂ ਮਨ ਵਿੱਚ ਧੀਰ ਜਾਵੇ। ਪਾਤਸ਼ਾਹ ਜੀ ਕਹਿੰਦੇ ਦੂਜੇ ਦਾ ਖਿਆਲ ਅੰਦਰੋਂ, ਦੂਜੇ ਦਾ ਕੋਈ ਵਿਧੀ ਤਰੀਕਾ ਸਭ ਕੁਝ ਛੱਡ ਦੇ। ਹੋਰ ਕੋਈ ਹੋਰ ਥਾਂ ਨਹੀਂ ਹੈ, ਕਿਉਂਕਿ ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ। ਅੱਗੇ ਮਹਾਰਾਜ ਕਹਿ ਰਹੇ ਨੇ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਡਿੱਠਾ ਦਾ ਅਰਥ ਮੈਂ ਵੇਖਿਆ। ਬਾਬਾ ਅਰਜਨ ਜੀ ਕਹਿ ਰਹੇ ਨੇ, ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ, ਮੈਂ ਸੰਸਾਰ ਵੇਖ ਲਿਆ, ਦੁਨੀਆ ਵੇਖ ਲਈ, ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲ ਸਕਦਾ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਤਨ ਹੋਸੀ ਸ਼ਾਰ ਜਾਣੈ ਕੋਏ ਜਨ। ਮਹਾਰਾਜ ਕਹਿੰਦੇ ਭਲਿਆ ਆ ਤਨ ਤੇ ਧਨ, ਸ਼ਾਰ ਦਾ ਅਰਥ ਸਵਾ। ਕਿਸੇ ਗੱਲ ਦਾ ਮਾਣ ਨਾ ਕਰਿਆ ਕਰ, ਸਰੀਰ ਨੇ ਰਾਖ ਬਣ ਜਾਣਾ।
ਪੈਸੇ ਨੇ ਵੀ ਰਾਖ ਬਣ ਜਾਣਾ, ਨਾਲ ਨਿਭਣ ਵਾਲਾ ਕੁਝ ਨਹੀਂ ਇੱਥੇ ਤੇਰੀ ਦੁਨੀਆ ਦੇ ਵਿੱਚ। ਅੱਗੇ ਮਹਾਰਾਜ ਕਹਿ ਰਹੇ ਨੇ, ਕੋਈ ਜਨ ਬਿਰਲਾ ਜਾਣਦਾ ਇਸ ਗੱਲ ਨੂੰ। ਰੰਗ ਰੂਪ ਰਸ ਬਾਦ ਕੇ ਕਰੈ ਪ੍ਰਾਣੀਆਂ, ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ। ਸਤਿਗੁਰ ਮਹਾਰਾਜ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਕਹਿ ਰਹੇ ਨੇ, ਪਾਤਸ਼ਾਹ ਜੀ ਸਮਝਾ ਰਹੇ ਨੇ, ਹੇ ਪ੍ਰਾਣੀ ਤੂੰ ਕੀ ਕਰ ਰਿਹਾ ਹੈ? ਭਾਵ ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਵਿੱਚ ਰੰਗ ਰੂਪ ਤੇ ਰਸ ਸਭ ਵਿਅਰਥ ਨੇ, ਇਹਨਾਂ ਦੇ ਪਿੱਛੇ ਲੱਗਿਆ ਮਨ ਦਾ ਟਿਕਾਓ ਹਾਸਲ ਨਹੀਂ ਕਰ ਸਕਦਾ। ਰੰਗ ਰੂਪ ਸਭ ਬਾਦ, ਇਹ ਸਭ ਕੁਝ ਬਾਦ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ। ਪਾਤਸ਼ਾਹ ਜੀ ਕਹਿੰਦੇ, ਜੋ ਮਨੁੱਖ ਉਸ ਮਾਲਕ ਦੇ ਨਿਯਮ ਤੋਂ ਖੁੰਝ ਕੇ ਆਪ ਭੁੱਲ ਜਾਂਦਾ ਹੈ, ਜਿੱਧਰੋਂ ਲੱਗ ਗਿਆ ਉਧਰ ਹੀ ਮਾਲਕ ਨੂੰ ਲਾ ਦਿੰਦਾ ਹੈ। ਰੰਗ ਰਤੇ ਨਿਰਵਾਣ ਸੱਚਾ ਗਾਵਹੀ, ਨਾਨਕ ਸ਼ਰਨ ਦੁਆਰ ਜੇ ਤੁਧ ਭਾਵਈ। ਸਤਿਗੁਰ ਮਹਾਰਾਜ ਕਹਿੰਦੇ, ਉਸ ਮਾਲਕ ਦੇ ਰੰਗ ਵਿੱਚ, ਉਸ ਮਾਲਕ ਦੇ ਪਿਆਰ ਵਿੱਚ ਮਨ ਰੰਗਿਆ ਜਾਵੇ, ਮਨ ਉਹਦੀ ਸਿਫਤ ਕਰੇ। ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਨਾਨਕ ਪ੍ਰਭੂ ਅੱਗੇ ਅਰਜ਼ੋਈ ਕਰ ਕਿ ਹੇ ਪ੍ਰਭੂ, ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ ਤੇ ਸ਼ਰਨ ਵਿੱਚ ਆਉਂਦੇ ਨੇ, ਤੇਰੇ ਦਰ ਤੇ ਪਹੁੰਚਦੇ ਨੇ। ਸਤਿਗੁਰ ਮਹਾਰਾਜ ਅੱਗੇ ਪੌੜੀ ਦੇ ਵਿੱਚ ਕਹਿ ਰਹੇ ਨੇ ਜੀ, ਪੌੜੀ, ਜੰਮਣ ਮਰਨ ਨਾ ਤਿੰਨ ਕਉ, ਜੋ ਹਰ ਲੜ ਲਾਗੇ। ਪਾਤਸ਼ਾਹ ਜੀ ਕਹਿ ਰਹੇ ਨੇ, ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਨਾ, ਪਰਮਾਤਮਾ ਵਾਹਿਗੁਰੂ ਨਾਲ ਜੁੜ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚੋਂ ਜੰਮਣਾ ਤੇ ਮਰਨਾ ਖਤਮ ਹੋ ਜਾਂਦਾ ਹੈ। ਇੱਕ ਜੰਮਣਾ ਮਰਨਾ ਹੁੰਦਾ ਜੀ, ਆਪਣਾ ਜਨਮ ਹੋਇਆ ਤੇ ਮਰਨ ਵੀ ਹੋਵੇਗਾ, ਜਿਹਦੇ ਬਾਰੇ ਮਹਾਰਾਜ ਕਹਿੰਦੇ, ਮਰਨ ਲਿਖਾਏ ਮੰਡਲ ਮੈਂ ਆਏ। ਆਤਮਿਕ ਤੌਰ ਤੇ ਮਨ ਕਰਕੇ ਬੰਦਾ ਜੰਮਦਾ ਬਹੁਤ ਵਾਰੀ ਹੈ, ਬੰਦਾ ਮਰਦਾ ਬਹੁਤ ਵਾਰੀ ਹੈ। ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ, ਜੰਮਣ ਮਰਨ ਨਾ ਤਿੰਨ ਕਉ, ਜੋ ਹਾਰ ਲੜ ਲਾਗੇ। ਜਿਹੜੇ ਇੱਕ ਗੁਰੂ ਦੇ ਲੜ ਲੱਗ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲੈਂਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚੋਂ ਜੰਮਣਾ ਤੇ ਮਰਨਾ ਖਤਮ ਹੋ ਜਾਂਦਾ ਹੈ। ਜਿਨ੍ਹਾਂ ਨੇ ਆਪਣਾ ਵਿਸ਼ਵਾਸ, ਯਕੀਨ, ਭਰੋਸਾ ਇੱਕ ਗੁਰੂ ਤੇ ਬਣਾ ਲਿਆ, ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਭਰੋਸੇ ਦੀ। ਆਪਾਂ ਜ਼ਿੰਦਗੀ ਬਤੀਤ ਕਰਦੇ ਹਾਂ, ਦੁਨੀਆਦਾਰੀ ਵੇਖਦੇ ਹਾਂ, ਜਦੋਂ ਬੰਦੇ ਤੋਂ ਵਿਸ਼ਵਾਸ ਉੱਠ ਜਾਂਦਾ ਨਾ, ਰਿਸ਼ਤੇ ਅੰਦਰ ਤਰੇੜਾਂ ਆ ਜਾਂਦੀਆਂ ਨੇ, ਦੋਸਤੀ ਅੰਦਰ ਤਰੇੜਾਂ ਆ ਜਾਂਦੀਆਂ ਨੇ, ਮਿੱਤਰਤਾਈ ਅੰਦਰ ਤਰੇੜਾਂ ਆ ਜਾਂਦੀਆਂ ਨੇ। ਜਿੱਥੇ ਵਿਸ਼ਵਾਸ ਬਣ ਜਾਵੇ ਫਿਰ ਉਸ ਦਾ ਨਿਭ ਜਾਂਦਾ ਹੈ, ਜੇ ਕੋਈ ਵਿਸ਼ਵਾਸ ਨਾ ਤੋੜੇ। ਇੱਥੇ ਮਹਾਰਾਜ ਇਹੀ ਗੱਲ ਕਹਿ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ, ਲੜ ਲੱਗਿਆ ਕਰ। ਜਿਹੜੇ ਲੜ ਲੱਗੇ ਨੇ ਉਹ ਤਰ ਗਏ ਨੇ, ਜਿਹੜੇ ਲੜ ਲੱਗੇ ਨਹੀਂ ਉਹ ਤਰਦੇ ਨਹੀਂ, ਡੁੱਬ ਜਾਂਦੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਜਿਹੜੇ ਮਹਾਰਾਜ ਕਹਿੰਦੇ ਜਿਉਂਦੇ ਪ੍ਰਵਾਨ ਹੋ ਗਏ, ਜਿਹੜੇ ਉਸ ਮਾਲਕ ਦੀ ਕੀਰਤੀ ਵਿੱਚ ਲੱਗ ਗਏ, ਉਸ ਮਾਲਕ ਦੇ ਕੀਰਤਨ ਅੰਦਰ ਜਾਗੇ। ਸਾਧ ਸੰਗ ਜਿਨ ਪਾਇਆ ਸਈ ਵਡਭਾਗੇ। ਜਿਨ੍ਹਾਂ ਨੇ ਗੁਰੂ ਦਾ ਸੰਗ ਹਾਸਲ ਕਰ ਲਿਆ, ਸੰਗਤ ਕਰ ਲਈ, ਉਹ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਨੇ। ਨਾਏ ਵਿਸਾਰਿਆ ਧਿਰਗ ਜੀਵਨਾ, ਟੁੱਟੇ ਕਚ ਧਾਗੇ। ਮਹਾਰਾਜ ਕਹਿ ਰਹੇ ਨੇ, ਉਸ ਜੋ ਨਾਮ ਨੂੰ ਵਿਸਾਰਦੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ, ਜ਼ਿੰਦਗੀ ਵਿੱਚੋਂ ਉਸ ਮਾਲਕ ਦੇ ਨਾਮ ਨੂੰ ਜੋ ਭੁਲਾ ਦਿੰਦੇ ਨੇ, ਉਹਨਾਂ ਦਾ ਜਿਉਣਾ ਫਿਟਕਾਰਯੋਗ ਹੈ। ਉਹ ਟੁੱਟੇ ਹੋਏ ਕੱਚੇ ਧਾਗੇ ਵਰਗੇ ਵਿਅਰਥ ਨੇ, ਕਿਉਂਕਿ ਕੱਚਾ ਧਾਗਾ ਜੁੜਿਆ ਨਹੀਂ ਕਰਦਾ ਜੇ ਆਪਾਂ ਵਾਰ-ਵਾਰ ਜੋੜਾਂਗੇ। ਕੱਚਾ
ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਨਾਏ ਵਿਸਾਰਿਆ ਤਿਰਕ ਜੀਵਨਾ, ਨਾਮ ਨੂੰ ਵਿਸਾਰ ਕੇ ਤੇਰਾ ਜੀਣਾ ਤਿਰਕਾਰ ਜੋਗ ਹੈ। ਟੁੱਟੇ ਕੱਚ ਧਾਗੇ, ਕੱਚੇ ਧਾਗੇ ਵਰਗਾ ਤੂੰ ਟੁੱਟ ਜਾਣਾ ਵਾਰੀ ਵਾਰੀ। ਕੱਚੇ ਧਾਗੇ ਨੂੰ ਜੋੜਨ ਤੇ ਕਿੰਨਾ ਸਮਾਂ ਲੱਗਦਾ ਹੈ। ਜਿਨ੍ਹਾਂ ਨੇ ਪੂਣੀਆਂ ਕੱਤੀਆਂ ਨੇ, ਚਰਖਾ ਕੱਤਿਆ, ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਕਿਵੇਂ ਧਾਗਾ ਜੁੜਦਾ ਹੈ। ਮਹਾਰਾਜ ਇਹੀ ਗੱਲ ਕਹਿ ਰਹੇ ਨੇ, ਭਾਈ ਜੇ ਜ਼ਿੰਦਗੀ ਵਿੱਚ ਨਾਮ ਨਹੀਂ ਹੈ ਨਾ, ਤੂੰ ਟੁੱਟਿਆ ਹੋਇਆ ਹੈ। ਨਾਨਕ ਧੂੜ ਪਨੀਤ ਸਾਧ ਲਾਕੋਟ ਪਿਰਾਗੇ। ਪਾਤਸ਼ਾਹ ਜੀ ਕਹਿੰਦੇ ਅਖੀਰ ਦੇ ਵਿੱਚ, ਹੇ ਨਾਨਕ, ਗੁਰਮੁਖਾਂ ਦੇ ਚਰਨਾਂ ਦੀ ਧੂੜ ਲੱਖਾਂ ਕਰੋੜਾਂ ਪ੍ਰਯਾਗ ਆਦਿਕ ਤੀਰਥ ਨਾਲੋਂ ਵਧੇਕ ਪਵਿੱਤਰ ਹੈ। ਲੋਕੀ ਤੀਰਥਾਂ ਤੇ ਜਾਂਦੇ ਨੇ, ਮੈਂ ਪ੍ਰਯਾਗ ਤੇ ਜਾ ਆਇਆ, ਮੈਂ ਫਲਾਣੇ ਤੀਰਥ ਉੱਤੇ ਜਾ ਆਇਆ। ਮਹਾਰਾਜ ਕਹਿੰਦੇ ਜੇ ਗੁਰਮੁਖਾਂ ਦੀ ਸੰਗਤ ਹੋ ਜੇ ਨਾ, ਭਲੇ ਪੁਰਸ਼ਾਂ ਦੀ ਸੰਗਤ ਹੋ ਜੇ, ਇਹ ਮਹਾਰਾਜ ਕਹਿੰਦੇ ਉਹਨਾਂ ਦੀ ਸੰਗਤ ਕਰੋੜਾਂ ਤੀਰਥਾਂ ਤੋਂ, ਅਨੇਕਾਂ ਤੀਰਥਾਂ ਤੋਂ ਚੰਗੀ ਹੈ। ਸਭ ਤੋਂ ਵੱਡਾ ਤੀਰਥ ਹੈ ਸੰਗਤ। ਪਾਤਸ਼ਾਹ ਜੀ ਕਿਰਪਾ ਕਰਨ ਜੀ, ਇਸੇ ਲੜੀਵਾਰ ਵਿਚਾਰ ਆਪਾਂ 15 ਨੰਬਰ 16 ਨੰਬਰ ਪੌੜੀ ਦੀ ਅੱਜ ਵਿਚਾਰ ਕੀਤੀ ਹੈ ਜੀ। 2 ਸ਼ਲੋਕ ਤੇ 1 ਪੌੜੀ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦੋਵਾਂ ਸ਼ਲੋਕਾਂ ਦੇ ਵਿੱਚ ਜੀਵਨ ਨੂੰ ਕਿਵੇਂ ਨਿਰਵਾਣ ਕਰਨਾ, ਜੀਵਨ ਦੇ ਵਿੱਚ ਕਿਵੇਂ ਇੱਕ ਅਕਾਲ ਪੁਰਖ ਦੀ ਆਰਾਧਨਾ ਕਰਨੀ ਹੈ, ਉਹਦੇ ਬਾਰੇ ਸਾਨੂੰ ਦੱਸਿਆ ਜੀ। ਸਮਾਂ ਸੀਮਤ ਹੁੰਦਾ ਆਪਣੇ ਕੋਲ, ਕੰਮ ਦੇ ਹਿਸਾਬ ਦੇ ਨਾਲ ਜਿਹੜੀ ਲੜੀਵਾਰ ਵਿਚਾਰ ਚੱਲ ਰਹੀ ਹੈ ਜੀ, ਆਪਾਂ ਸੰਖੇਪ ਜੀ ਗੱਲ ਕਰਾਂਗੇ ਕਿਉਂਕਿ ਸਮਾਂ ਬਹੁਤ ਸੀਮਤ ਹੈ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਵਿਸਥਾਰ ਨਾਲ ਵਿਚਾਰਾਂਗੇ। ਆਪਾਂ ਗੱਲ ਕਰਨੀ ਸੀ ਅੱਜ ਪ੍ਰਿਥੀ ਚੰਦ ਅਤੇ ਬੀਰਬਲ ਬਾਰੇ। ਪ੍ਰਿਥੀ ਚੰਦ ਬਾਰੇ ਆਪਾਂ ਲੜੀਵਾਰ ਗੱਲ ਕਰਦੇ ਆ ਰਹੇ ਹਾਂ। ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਹੈ। ਕੱਲ੍ਹ ਆਪਾਂ ਜਿਹੜੀ ਗੱਲ ਕਰ ਰਹੇ ਸੀ ਵੀ ਪ੍ਰਿਥੀ ਚੰਦ ਨੇ ਬਹੁਤ ਵਧੀਕੀਆਂ ਕੀਤੀਆਂ ਨੇ ਗੁਰੂ ਸਾਹਿਬ ਦੇ ਪਰਿਵਾਰ ਨਾਲ। ਗੁਰੂ ਸਾਹਿਬ ਦੇ ਪੁੱਤਰ ਨੂੰ ਮਰਵਾਉਣਾ ਚਾਹਿਆ। ਗੁਰੂ ਅਰਜਨ ਸਾਹਿਬ ਦੇ ਪੁੱਤਰ ਨੂੰ ਪ੍ਰਿਥੀ ਚੰਦ ਮਰਵਾਉਣਾ ਚਾਹੁੰਦਾ ਹੈ। ਮਕਸਦ ਕੀ ਹੈ ਪਿੱਛੇ, ਵੀ ਜੇ ਮੈਨੂੰ ਨਹੀਂ ਗੱਦੀ ਮਿਲੀ ਤਾਂ ਮਿਹਰਬਾਨ ਪ੍ਰਿਥੀ ਚੰਦ ਦਾ ਪੁੱਤਰ ਸੀ, ਮੇਰੇ ਪੁੱਤਰ ਨੂੰ ਗੱਦੀ ਮਿਲ ਜਾਵੇਗੀ। ਹੁਣ ਜਿਹੜੀ ਆਪਾਂ ਅੱਜ ਗੱਲ ਕਰਨੀ ਹੈ ਵੀ ਬੀਰਬਲ ਸੀ, ਜਿਹੜਾ ਬੀਰਬਲ ਬਾਰੇ ਆਪਾਂ ਅੱਜ ਗੱਲ ਕਰਾਂਗੇ ਸੰਖੇਪ ਜੀ, ਕੱਲ੍ਹ ਨੂੰ ਵਿਸਥਾਰ ਨਾਲ ਵਿਚਾਰਾਂਗੇ। ਬੀਰਬਲ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਇਆ ਸੀ। ਇਹਦਾ ਅਸਲੀ ਨਾਮ ਸੀ ਮਹੇਸ਼ ਦਾਸ। ਇਹਦਾ ਜਨਮ ਹੋਇਆ ਸੀ 1528 ਦੇ ਵਿੱਚ। ਪਹਿਲਾਂ ਇਹ ਜੈਪੁਰ ਦਾ ਇੱਕ ਰਾਜਾ ਸੀ ਭਗਵਾਨ ਦਾਸ, ਉਹਦੇ ਪਾਸ ਨੌਕਰੀ ਕਰਦਾ ਸੀ। ਬੜਾ ਹਾਜ਼ਰ ਜਵਾਬ, ਤੇਜ਼ ਦਿਮਾਗ ਵਾਲਾ, ਬੜੀਆਂ ਗੱਲਾਂ ਬਾਤਾਂ ਨਾਲ ਭਰਪੂਰ ਸੀ। ਇਹ ਚਾਤਰ ਚਲਾਕ ਬਹੁਤ ਸੀ। ਆਪਣੇ ਇਹਨਾਂ ਗੁਣਾਂ ਕਰਕੇ ਬੀਰਬਲ ਦਰਬਾਰ ਵਿੱਚ ਇੱਕ ਯੋਗ ਆਦਮੀ ਸਮਝਿਆ ਜਾਂਦਾ ਸੀ, ਹਾਜ਼ਰ ਜਵਾਬ ਸੀ। ਸੰਨ 1562 ਦੇ ਵਿੱਚ ਰਾਜੇ ਭਗਵਾਨ ਦਾਸ ਦੀ ਭਤੀਜੀ ਦਾ ਵਿਆਹ ਅਕਬਰ ਦੇ ਨਾਲ ਹੋਇਆ। ਅਕਬਰ ਸਮੇਂ ਦਾ ਰਾਜਾ ਸੀ। ਅਕਬਰ ਦੇ ਨਾਲ ਜਦੋਂ ਵਿਆਹ ਹੁੰਦਾ ਹੈ ਅਤੇ ਭਗਵਾਨ ਦਾਸ ਦਾ ਜਿਹੜਾ ਪੁੱਤਰ ਸੀ ਮਾਨ ਸਿੰਘ, ਉਹਨੂੰ ਵੀ ਨੌਕਰੀ, ਸ਼ਾਹੀ ਨੌਕਰੀ ਮਿਲ ਗਈ, ਸਰਕਾਰੀ ਨੌਕਰੀ ਮਿਲ ਗਈ ਹੈ। ਭਗਵਾਨ ਦਾਸ ਨੇ ਬੀਰਬਲ ਸੀ ਜਿਹੜਾ, ਉਹ ਅਕਬਰ ਦੇ ਦਰਬਾਰ ਅੰਦਰ ਭੇਜਦਾ ਸੀ। ਇਹਨੂੰ ਇਹ ਵੀ ਕਹਿ ਦਿੰਦੇ ਵੀ ਇਹ ਦਾਜ ਵਿੱਚ ਮਿਲਿਆ ਸੀ। ਅਕਬਰ ਦੇ ਦਰਬਾਰ ਵਿੱਚ ਇਹਨੂੰ ਭੇਜ ਦਿੱਤਾ ਸੀ। ਹਾਜ਼ਰ ਜਵਾਬ ਹੋਣ ਕਰਕੇ, ਤੇਜ਼ ਤਰਾਰ ਹੋਣ ਕਰਕੇ ਇਹਨੇ ਅਕਬਰ ਦੇ ਮਨ ਵਿੱਚ ਵੀ ਥਾਂ ਬਣਾ ਲਈ ਸੀ। ਹੁਣ ਜਿਹੜੀ ਅੱਗੇ ਵਿਚਾਰ ਚੱਲਦੀ ਹੈ ਵੀ ਬੀਰਬਲ ਕੀ ਵਧੀਕੀਆਂ ਕਰਦਾ ਰਿਹਾ ਹੈ। ਜਿਵੇਂ ਆਪਾਂ ਉੱਪਰ ਪੜ੍ਹਿਆ, ਵਿਚਾਰਿਆ ਵੀ ਬੀਰਬਲ ਬ੍ਰਾਹਮਣ ਪਰਿਵਾਰ ਵਿੱਚ ਪੈਦਾ। ਵੇਖੇ ਇੱਥੇ ਮੈਂ ਅਕਸਰ ਗੱਲ ਕਰਦਾ, ਇੱਥੇ ਕਿਸੇ ਬਰਾਦਰੀ ਦੀ, ਕਿਸੇ ਜਾਤ ਦੀ, ਕਿਸੇ ਫਿਰਕੇ ਦੀ ਗੱਲ ਨਹੀਂ ਕੀਤੀ ਜਾਂਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰਿਆਂ ਨੂੰ ਕਲਾਵੇ ਵਿੱਚ ਲੈਂਦੀ, ਸਭ ਨੂੰ ਪਿਆਰ ਕਰਦੀ ਹੈ। ਸਾਡੇ ਲਈ ਸਭ ਬਰਾਬਰ ਨੇ, ਇੱਥੇ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਇੱਕੋ ਜਿਹੇ ਨੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਭੱਟ ਨੇ ਜੀ, ਭੱਟ ਜਿਨ੍ਹਾਂ ਨੂੰ ਆਪਾਂ ਭੱਟ ਕਹਿ ਦਿੰਦੇ ਆ, ਉਹ ਬ੍ਰਾਹਮਣ ਪਰਿਵਾਰਾਂ ਵਿੱਚ ਹੀ ਪੈਦਾ ਹੋਏ ਨੇ, ਜਿਨ੍ਹਾਂ ਨੇ ਬਾਣੀ ਲਿਖੀ। ਬੜੇ ਕਮਾਲ ਦੇ ਸਵਈਏ ਨੇ ਉਹਨਾਂ ਦੇ, ਪੜ੍ਹ ਕੇ ਵੇਖਿਓ ਕਦੇ।
ਜਿਹੜੀ ਆਪਾਂ ਗੱਲ ਕਰਦੇ ਸੀ ਬੀਰਬਲ ਦੀ, ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਇਆ ਸੀ। ਸਿੱਖ ਮੱਤ ਦਾ ਜਿਹੜਾ ਪ੍ਰਚਾਰ ਹੋ ਰਿਹਾ ਸੀ, ਸਿੱਖ ਮੱਤ ਦੇ ਪ੍ਰਚਾਰ ਤੋਂ ਅੰਦਰੋਂ ਅੰਦਰ ਹੀ ਦੁਖੀ ਬਹੁਤ ਸੀ। ਗੁਰੂ ਸਾਹਿਬ ਜੀ ਮਾਝੇ ਦੇ ਇਲਾਕੇ ਵਿੱਚ, ਦੁਆਬੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਪਰ ਇਸ ਪ੍ਰਚਾਰ ਦੀ ਬਹੁਤ ਤਕਲੀਫ ਸੀ ਬੀਰਬਲ ਨੂੰ। ਬਹੁਤ ਇਹਨੇ ਸ਼ਿਕਾਇਤਾਂ ਵੀ ਲਾਈਆਂ ਅਕਬਰ ਦੇ ਕੋਲ, ਪਰ ਅਕਬਰ ਜਾਣਦਾ ਸੀ ਵੀ ਗੁਰੂ ਸਾਹਿਬ ਜੀ ਸਮਾਜ ਵਾਸਤੇ ਬਹੁਤ ਚੰਗਾ ਕਰ ਰਹੇ ਨੇ। ਅਕਬਰ ਵਧੀਆ ਰਾਜਾ ਰਿਹਾ, ਇੱਕ ਜਾਣਦਾ ਸੀ ਵਧੀਆ ਕੰਮ ਕਰ ਰਹੇ ਨੇ ਗੁਰੂ ਸਾਹਿਬ ਜੀ। ਹੁਣ ਜਿਹੜੀ ਸਤਿਗੁਰਾਂ ਨੇ ਇੱਕ ਇਨਕਲਾਬੀ ਵਿਚਾਰ ਦਿੱਤੀ, ਸਤਿਗੁਰਾਂ ਨੇ ਲੰਗਰ ਦੀ ਮਰਿਆਦਾ ਕਾਇਮ ਕੀਤੀ। ਲੰਗਰ ਦੀ ਮਰਿਆਦਾ ਦਾ ਅਰਥ ਹੈ ਵੀ ਲੰਗਰ ਵਿੱਚ ਸਭ ਇੱਕ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਣਗੇ, ਭਾਵੇਂ ਕੋਈ ਪੈਸੇ ਵਾਲਾ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਮਹਿਲ ਵਿੱਚ ਰਹਿਣ ਵਾਲਾ ਹੈ, ਭਾਵੇਂ ਕੋਈ ਝੋਪੜੀ ਵਿੱਚ ਰਹਿਣ ਵਾਲਾ ਹੈ। ਲੰਗਰ ਦੀ ਮਰਿਆਦਾ ਸਭ ਤੇ ਇੱਕੋ ਜਿਹੀ ਲਾਗੂ ਹੁੰਦੀ ਹੈ। ਪਰ ਇਸ ਬੀਰਬਲ ਨੇ ਰੌਲਾ ਪਾਇਆ, ਇਹ ਬੀਰਬਲ ਇਹ ਰੌਲਾ ਪਾਉਂਦਾ ਕਿ ਸਾਡੀ ਸਿਮਰਤੀਆਂ ਦੀ ਮਰਿਆਦਾ ਨੂੰ ਬਹੁਤ ਵੱਡਾ ਘਾਟਾ ਪੈ ਗਿਆ, ਸਾਡੀ ਸਿਮਰਤੀਆਂ ਦੀ ਤੋਹੀਨ ਕੀਤੀ ਹੈ ਗੁਰੂ ਨੇ, ਸਭ ਨੂੰ ਇੱਕ ਪੰਗਤ ਤੇ ਬਿਠਾ ਦਿੱਤਾ। ਮੈਂ ਬਹੁਤ ਵਾਰ ਗੱਲ ਕੀਤੀ ਹੈ ਜੀ, ਉਹ ਗ੍ਰੰਥ ਕਾਹਦਾ, ਉਹ ਵਿਚਾਰ ਕਾਹਦੀ ਜਿਹੜੀ ਸਮਾਜ ਨੂੰ ਪਾੜੇ, ਸਮਾਜ ਨੂੰ ਵੰਡੇ। ਅਸਲ ਵਿਚਾਰ ਉਹ ਹੁੰਦੀ ਹੈ ਜੋ ਸਮਾਜ ਨੂੰ ਇੱਕ ਕਰੇ। ਕਿਸੇ ਧਾਰਮਿਕ ਗ੍ਰੰਥ ਦੀ ਵਿਚਾਰ ਉਹ ਮੰਨਣਯੋਗ ਹੁੰਦੀ ਹੈ ਵੀ ਸਭ ਨੂੰ ਇੱਕੋ ਜਿਹਾ ਬਣਾਵੇ। ਜੋ ਵਿਚਾਰ ਕਿਸੇ ਨੂੰ ਵੱਡਾ ਬਣਾ ਦਿੰਦੀ ਹੈ, ਕਿਸੇ ਨੂੰ ਛੋਟਾ ਬਣਾ ਦਿੰਦੀ ਹੈ, ਕਿਸੇ ਨੂੰ ਜ਼ਾਤਾਂ ਪਾਤਾਂ ਵਿੱਚ ਵੰਡ ਦਿੰਦੀ ਹੈ, ਉਹਨੂੰ ਕਿਵੇਂ ਕਬੂਲ ਕਰੀਏ? ਸਾਡੇ ਗੁਰੂ ਨੇ ਕਬੂਲ ਹੀ ਨਹੀਂ ਕੀਤਾ ਇਹੋ ਜਿਹਾ ਕੰਮ। ਹੁਣ ਅੰਦਰੋਂ ਅੰਦਰ ਹੀ ਵਿਰੋਧ ਕਰਦਾ ਹੈ। ਬੀਰਬਲ ਨੇ ਪ੍ਰਿਥੀ ਚੰਦ ਨੂੰ ਬਹੁਤ ਉਕਸਾਇਆ ਸੀ। ਜਿਹੜਾ ਪ੍ਰਿਥੀ ਚੰਦ ਇੰਨੇ ਨੁਕਸਾਨ ਕਰ ਰਿਹਾ ਗੁਰੂ ਸਾਹਿਬ ਦੇ ਪਰਿਵਾਰ ਦੇ, ਇਹ ਸਭ ਦੇਣ ਬੀਰਬਲ ਦੀ ਹੈ। ਕੱਲ ਨੂੰ ਆਪਾਂ ਜਿਹੜੀ ਵਿਚਾਰ ਕਰਨੀ ਹੈ ਵੀ ਬੀਰਬਲ ਕਿਸ ਤਰ੍ਹਾਂ ਸ਼ਰਾਰਤਾਂ ਕਰਦਾ ਹੈ, ਕਿਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਰੁਕਾਵਟ ਪਾਉਣਾ ਚਾਹੁੰਦਾ ਹੈ, ਪ੍ਰਚਾਰ ਦੇ ਪ੍ਰਸਾਰ ਦੇ ਵਿੱਚ ਰੁਕਾਵਟ ਪਾਉਣਾ ਚਾਹੁੰਦਾ ਹੈ, ਇਹ ਆਪਾਂ ਕੱਲ ਨੂੰ ਵਿਚਾਰਾਂਗੇ, ਕਿਉਂਕਿ ਸਮਾਂ ਆਪਣੇ ਕੋਲ ਬਹੁਤ ਹੀ ਸੀਮਤ ਹੈ ਜੀ, ਘੱਟ ਹੈ। ਇੰਨੀ ਬੇਨਤੀ ਕਰਿਓ ਪ੍ਰਵਾਨ, ਗੁਰੂ ਕਿਰਪਾ ਕਰੇ। ਅੰਤ ਵਿੱਚ ਫਤਿਹ ਨਾਲ ਪਾਓ ਸਾਂਝ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ